ਕਿਸਾਨ ਵੀਰੋ ਤੇ ਭੈਣੋ, ਤਰਸੇਮ ਸਿੰਘ ਬੁੱਟਰ ਦੇ ਵੱਲੋਂ ਤੁਹਾਡਾ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਹਾਰਦਿਕ ਸਵਾਗਤ ਹੈ। ਭਾਰਤ ਸਰਕਾਰ ਦੁਆਰਾ ਸਾਡੇ ਕਿਸਾਨਾਂ ਨੂੰ ਅਤੇ ਕਿਸਾਨੀ ਨਾਲ ਜੁੜੇ ਹੋਏ ਵੱਖ-ਵੱਖ ਸਹਾਇਕ ਕਿੱਤਾਕਾਰਾਂ ਨੂੰ ਉਹਨਾਂ ਦੇ ਕੰਮਾਂ-ਕਾਰਾਂ ਨੂੰ ਪ੍ਰਫੁੱਲਤ ਕਰਨ ਦੇ ਲਈ, ਕਾਮਯਾਬ ਕਰਨ ਦੇ ਲਈ ਸਮੇਂ-ਸਮੇਂ ਜਿਹੜੇ ਪ੍ਰੋਗਰਾਮ ਉਲੀਕੇ ਜਾਂਦੇ ਨੇ। ਇਸੇ ਲੜੀ ਦੀ ਕੜੀ ਦੇ ਤਹਿਤ ਭਾਰਤ ਸਰਕਾਰ ਦੁਆਰਾ ਆਤਮ ਨਿਰਭਰ ਭਾਰਤ ਸਕੀਮ ਦੇ ਤਹਿਤ ਸਾਡੇ ਉਹ ਕਿਸਾਨ ਜਾਂ ਸਾਡੇ ਕਿਸਾਨੀ ਨਾਲ ਜੁੜੇ ਹੋਏ ਸਹਾਇਕ ਕਿੱਤਾਕਾਰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਕਾਮਯਾਬੀ ਦੇ ਵਾਸਤੇ, ਖਾਸ ਕਰਕੇ ਸਾਡੀ ਰਵਾਇਤੀ ਖੇਤੀ ਹੈ ਜਾਂ ਪਸ਼ੂ ਪਾਲਣ ਦਾ ਕੰਮ ਹੈ, ਮੱਖੀ ਪਾਲਣ ਦਾ ਕੰਮ ਹੈ, ਮੱਛੀ ਪਾਲਣ ਦਾ ਕੰਮ ਹੈ ਜਾਂ ਖੇਤੀਬਾੜੀ ਨਾਲ ਜੁੜੇ ਹੋਏ ਹੋਰ ਸਹਾਇਕ ਕਿੱਤੇ ਹੈ, ਉਹਨਾਂ ਨੂੰ ਪ੍ਰਫੁੱਲਤ ਕਰਨ ਦੇ ਵਾਸਤੇ ਭਾਰਤ ਸਰਕਾਰ ਦੁਆਰਾ ਆਤਮ ਨਿਰਭਰ ਭਾਰਤ ਦੇ ਤਹਿਤ ਵਿਸ਼ੇਸ਼ ਆਰਥਿਕ ਪੈਕੇਜ ਜਿਹੜੇ ਐਲਾਨੇ ਗਏ ਹੈ ਤੇ ਉਹ ਵਿਸ਼ੇਸ਼ ਆਰਥਿਕ ਪੈਕੇਜ ਦੇ ਵਿੱਚੋਂ ਕੁਝ ਜਿਹੜੀ ਰਾਸ਼ੀ ਹੈ ਉਹ ਸਾਡੇ ਕਿਸਾਨਾਂ ਤੇ ਸਾਡੇ ਸਹਾਇਕ ਕਿੱਤੇਕਾਰਾਂ ਦੇ ਹਿੱਸੇ ਆਈ ਹੈ। ਸੋ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਸ਼ੂ ਸਾਡਾ ਧਨ ਨੇ, ਪਸ਼ੂ ਸਾਡਾ ਸਰਮਾਇਆ ਨੇ। ਸੋ ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਜਿਹੜੇ ਪਸ਼ੂ ਹੈ ਇਹ ਤੰਦਰੁਸਤ ਹੋਣ, ਨਿਰੋਗ ਹੋਣ, ਇਹਨਾਂ ਦਾ ਜਿਹੜਾ ਵੰਸ਼ਗਤ ਵਾਧਾ ਹੈ ਉਹ ਵਧੀਆ ਢੰਗ ਦੇ ਨਾਲ ਹੋਵੇ। ਸੋ ਇਸੇ ਨੂੰ ਮੁੱਖ ਰੱਖਦਿਆਂ ਹੋਇਆ ਭਾਰਤ ਸਰਕਾਰ ਦੁਆਰਾ NADCP, ਜਿਸ ਨੂੰ ਅਸੀਂ ਰਾਸ਼ਟਰੀ ਪਸ਼ੂ ਰੋਕਥਾਮ ਪ੍ਰੋਗਰਾਮ ਕਹਿੰਦੇ ਹਾਂ, ਇਹ ਆਰੰਭਿਆ ਗਿਆ ਹੈ। ਸੋ ਇਸ ਸਕੀਮ ਦੇ ਬਾਰੇ, ਇਸ ਸੰਕਲਪ ਜਾਂ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਡਾਕਟਰ ਅਮਰੀਕ ਸਿੰਘ ਜੀ, ਜਿਹੜੇ ਕਿ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਦੇ ਵਿਖੇ ਤਾਇਨਾਤ ਨੇ। ਸੋ ਬਠਿੰਡਾ ਦੇ ਇਲਾਕੇ ਦੇ ਵਿੱਚ ਲੰਬਾ ਸਮਾਂ ਇਹਨਾਂ ਨੇ ਸੇਵਾਵਾਂ ਨਿਭਾਈਆਂ ਨੇ, ਇੱਕ ਬੜੀ ਮਾਣਮੱਤੀ ਹਸਤੀ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਅਮਰੀਕ ਸਿੰਘ ਜੀ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਆਕਾਸ਼ਵਾਣੀ FM ਬਠਿੰਡਾ ਦੇ ਵੱਲੋਂ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਤਰਸੇਮ ਸਿੰਘ ਬੁੱਟਰ ਜੀ। ਆਕਾਸ਼ਵਾਣੀ ਬਠਿੰਡਾ ਦੀ FM ਟੀਮ ਦਾ ਮੈਂ ਧੰਨਵਾਦ ਵੀ ਕਰਦਾ ਕਿ ਇਹ ਬਿਲਕੁਲ ਸਹੀ ਵਕਤ ਹੈ ਜਦੋਂ ਇਸ ਤਰ੍ਹਾਂ ਦੀ ਗੱਲ ਪਸ਼ੂ ਪਾਲਕਾਂ ਦੇ ਹੱਕ ਦੀ ਕਰਨੀ ਬਣਦੀ ਹੈ। ਡਾਕਟਰ ਸਾਹਿਬ, ਸਰਕਾਰਾਂ ਦੁਆਰਾ ਸਮੇਂ-ਸਮੇਂ 'ਤੇ ਜਿਹੜੇ ਪ੍ਰੋਗਰਾਮ ਉਲੀਕੇ ਜਾਂਦੇ ਨੇ, ਪਰ ਕਈ ਵਾਰੀ ਜਿਹੜੇ ਉਹ ਪ੍ਰੋਗਰਾਮ ਹੈ ਜਾਂ ਜਿਹੜੀਆਂ ਉਹ ਸਕੀਮਾਂ ਹੁੰਦੀਆਂ ਨੇ, ਉਹ ਸੰਕਲਪ ਹੁੰਦੇ ਆ, ਆਮ ਲੋਕਾਂ ਤੱਕ ਉਹ ਨਹੀਂ ਪਹੁੰਚਦੇ। ਪਰ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਤੁਹਾਡਾ ਵਿਭਾਗ ਤੇ ਤੁਹਾਡੇ ਵਰਗੇ ਜਿਹੜੇ ਅਫਸਰ ਹੈ, ਜਿਹੜੇ ਲੋੜਵੰਦ ਲੋਕਾਂ ਤੱਕ ਸਰਕਾਰੀ ਸਕੀਮਾਂ ਜਾਂ ਜਿਹੜੀਆਂ ਸਰਕਾਰੀ ਕੋਈ ਗਤੀਵਿਧੀਆਂ ਨੇ ਉਹਨਾਂ ਨੂੰ ਪਹੁੰਚਾਉਣ ਦੇ ਵਿੱਚ ਲੱਗੇ ਹੋਏ ਨੇ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾ ਜਿਹੜਾ ਸਵਾਲ ਬਣਦਾ ਹੈ ਕਿ ਜਿਹੜਾ NADCP ਜਾਂ ਕਹਿ ਲਓ ਕਿ ਰਾਸ਼ਟਰੀ ਪਸ਼ੂ ਰੋਕਥਾਮ ਪ੍ਰੋਗਰਾਮ, ਇਹਦਾ ਸੰਕਲਪ ਕੀ ਹੈ ਕੀ ਹੈ ਪ੍ਰੋਗਰਾਮ? ਇਹ ਬੁੱਟਰ ਸਾਹਿਬ, ਭਾਰਤ ਸਰਕਾਰ ਵੱਲੋਂ ਇੱਕ ਬਹੁਤ ਹੀ ਚੰਗਾ ਉਦਮ ਹੈ, ਖਾਸ ਕਰਕੇ ਪਸ਼ੂ ਪਾਲਕ, ਪੂਰੇ ਦੇਸ਼ ਦੇ ਜੋ ਪਸ਼ੂ ਪਾਲਕ ਆ ਉਹਨਾਂ ਦੀ ਆਰਥਿਕਤਾ ਨੂੰ ਉੱਪਰ ਚੁੱਕਣ ਲਈ ਜੀ, ਜਿਹਦੇ ਵਿੱਚ ਬਹੁਤ ਹੀ ਮਾਰੂ ਜਿਹੜੇ ਭਿਆਨਕ ਰੋਗ ਹੁੰਦੇ ਨੇ, ਜਿਨ੍ਹਾਂ ਦਾ ਲੰਮਾ ਸਮਾਂ ਉਹਨਾਂ ਦੀ ਪ੍ਰੋਡਕਟੀਵਿਟੀ ਹੈ ਜਾਂ ਉਹਨਾਂ ਵੱਲੋਂ ਪੈਦਾਵਾਰ ਦੇ ਉੱਤੇ ਅਸਰ ਹੁੰਦਾ ਹੈ ਤੇ ਉਹਨਾਂ ਦੇ ਪਸ਼ੂ ਦੇ ਖੁਦ ਦੇ ਜੀਵਨ ਦੇ ਉੱਤੇ ਜਿੱਥੇ ਮਾੜਾ ਪ੍ਰਭਾਵ ਪੈਂਦਾ, ਉੱਥੇ ਹੀ ਪਸ਼ੂ ਪਾਲਕ ਦੀ ਆਰਥਿਕਤਾ ਇਹ ਵੀ ਲੰਮਾ ਜਿਹੜਾ ਸਮਾਂ ਨੁਕਸਾਨ ਹੁੰਦਾ ਰਹਿੰਦਾ ਹੈ। ਸੋ ਇਹਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਇਹ ਉਪਰਾਲਾ ਕੀਤਾ ਕਿ ਕਿਸ ਤਰ੍ਹਾਂ ਪਸ਼ੂ ਧਨ ਜਿਹੜਾ ਪੂਰੇ ਦੇਸ਼ ਦੇ ਵਿੱਚ ਮਾਰੂ ਬਿਮਾਰੀਆਂ ਤੋਂ ਬਚਾ ਕੇ ਇੱਕ ਵਧੀਆ ਨਿਰੋਗ ਜਿਹੜੇ ਪਸ਼ੂ ਹੈ ਕਿਸ ਤਰ੍ਹਾਂ ਰੱਖੇ ਜਾ ਸਕਦੇ ਆ। ਤਾਂ ਬਹੁਤ ਹੀ ਇਹ ਵਧੀਆ ਇੱਕ ਉਪਰਾਲਾ ਹੈ, ਨੈਸ਼ਨਲ ਐਨੀਮਲ ਡਿਜ਼ੀਜ਼ ਕੰਟਰੋਲ ਪ੍ਰੋਗਰਾਮ, ਜਿਹੜਾ NADCP ਦੇ ਨਾਂ ਨਾਲ ਇਹ ਪ੍ਰੋਗਰਾਮ ਸ਼ੁਰੂ ਹੋਇਆ ਹੈ। ਕਿਉਂਕਿ COVID-19 ਹੋਣ ਕਰਕੇ ਇੱਕ ਵਾਰ ਪੋਸਟਪੋਨ ਹੋਇਆ ਸੀ। ਹੁਣ ਜਦੋਂ ਵੀ ਇਹ ਸ਼ੁਰੂ ਹੋਣਾ ਹੈ, ਪਹਿਲਾਂ ਇਹਦੀ ਅਨਾਉਂਸਮੈਂਟ ਹੋਏਗੀ ਬਕਾਇਦਾ ਜੀ, ਘਰ ਘਰ ਤੱਕ ਖਬਰ ਹੋਏਗੀ, ਫਿਰ ਇਹ ਪ੍ਰੋਗਰਾਮ ਲਾਗੂ ਕੀਤਾ ਜਾਏਗਾ ਜੀ। ਸੋ ਡਾਕਟਰ ਸਾਹਿਬ, ਅਗਲੀ ਗੱਲ ਆ ਜਾਂਦੀ ਹੈ ਕਿ ਇਸ ਪ੍ਰੋਗਰਾਮ ਦੇ ਤਹਿਤ ਕਿਹੜੀ ਕਿਸਮ ਦੀਆਂ ਬਿਮਾਰੀਆਂ ਕਵਰ ਹੁੰਦੀਆਂ ਜਾਂ ਕਿਹੜੀਆਂ ਬਿਮਾਰੀਆਂ ਦੇ ਇਲਾਜ ਕਰਨ ਦੀ ਵਿਵਸਥਾ ਕੀਤੀ ਗਈ ਹੈ ਪਸ਼ੂਆਂ ਦੇ, ਤੇ ਦੂਸਰੀ ਗੱਲ ਕਿ ਕਿਹੜੀ ਕਿਸਮ ਦੇ ਜਿਹੜੇ ਜਾਨਵਰ ਜਾਂ ਪਸ਼ੂ ਇਸ ਸਕੀਮ ਦੇ ਤਹਿਤ ਇਲਾਜ ਦੇ ਵਾਸਤੇ ਸਾਡੇ ਕਿਸਾਨ ਵੀਰ ਲਿਜਾ ਸਕਦੇ ਨੇ? ਬੁੱਟਰ ਸਾਹਿਬ, ਜਿਹੜੇ ਦੋ ਖੁਰੇ ਪਸ਼ੂ ਹੁੰਦੇ ਨੇ, ਜਿਵੇਂ ਗਾਵਾਂ, ਮੱਝਾਂ ਜੀ, ਭੇਡਾਂ, ਬੱਕਰੀਆਂ ਅਤੇ ਸੂਰ, ਇਹ ਮੇਨ ਜਿਹੜੇ 5 ਤਰ੍ਹਾਂ ਦੀਆਂ ਸਪੀਸੀਜ਼ ਨੇ, ਇਹਨਾਂ ਦੇ ਉੱਤੇ ਜਿਹੜਾ ਸਭ ਤੋਂ ਵੱਧ ਮਾਰੂ ਪ੍ਰਭਾਵ ਪੈਂਦਾ ਉਹ ਹੈ ਮੂੰਹ ਖੁਰ ਦਾ ਰੋਗ। ਸੋ ਇਸ ਪ੍ਰੋਗਰਾਮ ਦੇ ਤਹਿਤ ਸਭ ਤੋਂ ਪਹਿਲੇ ਨੰਬਰ 'ਤੇ ਜਿਹੜਾ ਬਿਮਾਰੀ ਦਾ ਕੰਟਰੋਲ ਕਰਨਾ ਹੈ ਉਹ ਹੈਗੀ ਮੂੰਹ ਖੁਰ, FMD, ਜਿਹਨੂੰ ਆਪਾਂ ਆਮ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਹਿੰਦੇ ਆ, ਅਤੇ ਲਾਗ ਛੂਤ ਦੀ ਬਿਮਾਰੀ ਹੈ, ਜਿਹੜੀ ਹਵਾ ਰਾਹੀਂ ਵੀ ਫੈਲਦੀ ਹੈ, ਨੇੜੇ ਪਸ਼ੂ ਦੇ ਖੜ੍ਹਨ ਨਾਲ ਵੀ ਫੈਲਦੀ ਹੈ, ਇੱਕ ਦੂਜੇ ਦਾ ਜੂਠਾ ਜਾਂ ਇਹ ਤੋਂ ਲਿਬੜੀ ਖੁਰਾਕ ਕਿਸੇ ਦੂਜੇ ਪਸ਼ੂ ਨੂੰ ਮਿਲ ਜਾਵੇ, ਉੱਥੋਂ ਵੀ ਫੈਲਦੀ ਹੈ। ਇਹ ਤੋਂ ਬਚਿਆ ਨਹੀਂ ਜਾ ਸਕਦਾ ਜੇ ਇਹ ਬਿਮਾਰੀ ਸਾਡੇ ਨੇੜੇ ਤੇੜੇ ਆਈ ਹੋਈ ਹੋਵੇ ਜੀ। ਇਸ ਬਿਮਾਰੀ ਦੇ ਵਿੱਚ ਪਸ਼ੂ ਦਾ ਜਿਹੜਾ ਨੁਕਸਾਨ ਹੈ ਬਹੁਤ ਜ਼ਿਆਦਾ ਹੁੰਦਾ ਜੀ। ਜਿਵੇਂ ਉਹਦੇ ਦੁਧਾਰੂ ਹੈ, ਦੁੱਧ ਦਿੰਦਾ ਜਾਨਵਰ ਹੈ, ਤਾਂ ਉਹਦੀ ਪ੍ਰੋਡਕਸ਼ਨ ਹੈ ਜਿਹੜੀ ਅੱਧ ਤੋਂ ਵੱਧ ਹੀ ਉੱਡ ਜਾਂਦੀ ਹੈ, ਅਤੇ ਬਹੁਤ ਸਾਰੇ ਪਸ਼ੂ ਤਾਂ ਬਿਲਕੁਲ ਦੁੱਧ ਖਤਮ ਹੀ ਕਰ ਬਹਿੰਦੇ ਨੇ ਜੀ। ਜਿੱਥੇ ਦੁੱਧ ਖਤਮ ਕਰ ਬਹਿੰਦੇ ਨੇ ਉੱਥੇ ਉਹਨਾਂ ਦੀ ਸਿਹਤ 'ਤੇ ਵੀ ਬਹੁਤ ਮਾੜਾ ਅਸਰ ਹੁੰਦਾ ਹੈ। ਇਸ ਕਰਕੇ ਮੂੰਹ ਖੁਰ ਦਾ ਰੋਗ ਹੈ ਉਹ ਇਹਦੇ ਵਿੱਚ ਪਹਿਲੇ ਨੰਬਰ 'ਤੇ ਲਿਆ ਗਿਆ ਹੈ ਜੀ।
ਦੂਜੇ ਨੰਬਰ ਤੇ ਰੋਗ ਹੈ ਬਰੂਸੀਲੋਸਿਸ, ਜਿਸ ਦੇ ਨਾਲ ਆਮ ਤੌਰ ਤੇ ਉੱਤੇ ਜਿਹੜੇ ਗਰਭ ਅਵਸਥਾ ਵਿੱਚ ਜਾਨਵਰ ਹੁੰਦੇ ਨੇ ਉਹਨਾਂ ਨੇ ਅਖੀਰਲੀ ਤਿਮਾਹੀ ਦੇ ਵਿੱਚ ਫਲ ਸਿੱਟ ਜਾਣਾ ਹੁੰਦਾ ਹੈ। ਉਹ ਵੀ ਇੱਕ ਪਸ਼ੂ ਪਾਲਕ ਲਈ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਔਰ ਇਹ ਜਿਹੜੀ ਬਰੂਸੀਲੋਸਿਸ ਬਿਮਾਰੀ ਹੈ ਇਕੱਲੇ ਜਾਨਵਰਾਂ ਨੂੰ ਨਹੀਂ ਛੂਤਦੀ, ਇਹ ਆਪਾਂ ਨੂੰ ਵੀ, ਮਨੁੱਖ ਨੂੰ ਵੀ, ਅਗਰ ਇਹਦੇ ਇਨਫੈਕਟਡ ਮਟੀਰੀਅਲ, ਇਹਦਾ ਕੋਈ ਵੀ ਗੰਦਗੀ ਤੋਂ ਜਾਂ ਇਹਦਾ ਕੱਚਾ ਦੁੱਧ ਜਾਂ ਕਿਸੇ ਢੰਗ ਨਾਲ ਵੀ ਇਹਦੇ ਸੰਪਰਕ 'ਚ ਆ ਜਾਈਏ ਅਸੀਂ ਵੀ, ਤਾਂ ਸਾਨੂੰ ਹੋਣ ਦੀ ਸੰਭਾਵਨਾ ਹੁੰਦੀ ਹੈ ਬਰੂਸੀਲੋਸਿਸ। ਇਹ ਦੋ ਇਹਦੇ 'ਚ NADCP ਦੇ ਅਧੀਨ ਮੇਨ ਦੋ ਮੁੱਖ ਜਿਹੜੀਆਂ ਬਿਮਾਰੀਆਂ ਨੇ, ਇਹਨਾਂ ਦਾ ਕੰਟਰੋਲ ਕਰਨ ਦਾ ਟੀਚਾ ਹੈ ਜੀ। ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਗੱਲਾਂ ਬਾਤਾਂ ਤੁਸੀਂ ਸੁਣ ਰਹੇ ਹੋ ਜੀ ਡਾਕਟਰ ਅਮਰੀਕ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਦੀ ਜ਼ਬਾਨੀ। ਸੋ ਡਾਕਟਰ ਸਾਹਿਬ ਸਾਨੂੰ ਜਾਣਕਾਰੀ ਦੇ ਰਹੇ ਨੇ ਜੀ ਭਾਰਤ ਸਰਕਾਰ ਦੇ ਪ੍ਰੋਗਰਾਮ NADCP ਅਰਥਾਤ ਰਾਸ਼ਟਰੀ ਪਸ਼ੂ ਰੋਗ ਰੋਕਥਾਮ ਪ੍ਰੋਗਰਾਮ ਦੇ ਬਾਰੇ। ਸੋ ਡਾਕਟਰ ਸਾਹਿਬ, ਅਗਲਾ ਜਿਹੜਾ ਸਵਾਲ ਆ ਜਾਂਦਾ ਕਿ ਇਹ ਜਿਹੜੀ ਸਕੀਮ ਜਾਂ ਜਿਹੜਾ ਇਹ ਪ੍ਰੋਗਰਾਮ ਹੈ ਟੀਕਾਕਰਨ ਦਾ, ਇਹ ਭਾਰਤ ਸਰਕਾਰ ਦੁਆਰਾ, ਜੇ ਸਾਡੇ ਸੂਬੇ ਦੀ ਗੱਲ ਕਰੀਏ ਜਾਂ ਸਾਡੇ ਜ਼ਿਲ੍ਹੇ ਦੀ ਗੱਲ ਕਰੀਏ ਜਾਂ ਫਿਰ ਅਸੀਂ ਉਸ ਤੋਂ ਬਾਅਦ ਤਹਿਸੀਲ ਪੱਧਰ ਦੀ ਜਾਂ ਪਿੰਡ ਪੱਧਰ ਦੀ ਗੱਲ ਕਰੀਏ, ਤਾਂ ਕਿਵੇਂ ਲਾਗੂ ਕੀਤਾ ਜਾਣਾ? ਇਹਦੇ ਵਿੱਚ ਬਹੁਤ ਹੀ ਵਧੀਆ ਇੱਕ ਪ੍ਰੋਟੋਕੋਲ, ਇੱਕ ਸਿਸਟਮ ਲਾਗੂ ਹੋਣਾ ਹੈ। ਪੂਰੇ ਭਾਰਤ ਦੇ ਵਿੱਚ ਇੱਕੋ ਹੀ ਪੈਟਰਨ ਦੇ ਉੱਤੇ ਕੰਮ ਹੋਣਾ ਹੈ ਜੀ, ਜਿਹੜਾ ਕਿ ਅੱਗੇ ਸਟੇਟ ਪੱਧਰ ਤੇ ਪ੍ਰੋਗਰਾਮ ਮਿਲਿਆ ਹੋਇਆ, ਸਟੇਟ ਤੋਂ ਅੱਗੇ ਫਿਰ ਡਿਸਟ੍ਰਿਕਟ ਅਥਾਰਟੀ ਨੂੰ ਪ੍ਰੋਗਰਾਮ ਮਿਲਿਆ ਹੋਇਆ। ਇਹਦੇ ਵਿੱਚ ਜੇ ਆਪਾਂ ਅੱਜ ਜ਼ਿਲ੍ਹੇ ਲੈਵਲ ਤੇ ਗੱਲ ਕਰੀਏ ਤਾਂ ਡਿਪਟੀ ਕਮਿਸ਼ਨਰ ਸਾਹਿਬ ਇਹਦੇ ਵਿੱਚ ਚੇਅਰਮੈਨ ਹੋਣਗੇ ਤੇ ਪਸ਼ੂ ਪਾਲਣ ਦੇ ਡਿਪਟੀ ਡਾਇਰੈਕਟਰ ਉਹ ਕਨਵੀਨਰ ਹੋਣਗੇ। ਇਸ ਤੋਂ ਬਿਨਾਂ ਮੈਂਬਰ, ਇਸ ਜਿਹੜੀ ਮੋਨੀਟਰਿੰਗ ਕਮੇਟੀ ਦੇ ਮੈਂਬਰ ਨੇ ਉਹ ਜ਼ਿਲ੍ਹਾ ਲੈਵਲ ਦੇ ਅਫਸਰ ਹੋਣਗੇ। ਇਸੇ ਤਰ੍ਹਾਂ ਹੀ ਜਿਹੜੇ ਤਹਿਸੀਲ ਪੱਧਰੀ ਸਾਡੇ ਵਿਭਾਗ ਦੇ ਅਫਸਰ ਨੇ ਉਹ ਉਹਦੇ ਕਨਵੀਨਰ ਹੋਣਗੇ। ਉੱਥੋਂ ਦੇ SDM ਸਾਹਿਬਾਨ ਉਹ ਉਹਦੇ ਉੱਥੇ ਚੇਅਰਮੈਨ ਹੋਣਗੇ ਤੇ ਮੈਂਬਰ ਇਸੇ ਤਰ੍ਹਾਂ ਹੀ ਜਿਹੜੇ ਸਬ ਡਿਵੀਜ਼ਨ ਲੈਵਲ ਦੇ ਆਫੀਸਰ ਨੇ, ਇਹ 5-5 6-6 ਤਰ੍ਹਾਂ ਨਾਲ ਮਤਲਬ ਆਫੀਸਰਸ ਇਨਵੋਲਵ ਹੋ ਕੇ ਇੱਕ ਤਹਿਸੀਲ ਪੱਧਰ ਤੇ ਔਰ ਡਿਸਟ੍ਰਿਕਟ ਪੱਧਰ ਦੀ ਇੱਕ ਕਮੇਟੀ ਬਣੇਗੀ ਬਕਾਇਦਾ, ਜਿਹੜੀ ਇਹ ਸਾਰੇ ਸਿਸਟਮ ਮੋਨੀਟਰ ਕਰੇਗੀ। ਸੋ ਡਾਕਟਰ ਸਾਹਿਬ, ਜਿਹੜਾ ਇਹ ਪ੍ਰੋਗਰਾਮ ਹੈ ਇਹ ਬਹੁਤ ਵੱਡਾ ਪ੍ਰੋਗਰਾਮ ਹੈ, ਕਿਉਂਕਿ ਭਾਰਤ ਪੱਧਰ ਦਾ ਪ੍ਰੋਗਰਾਮ ਹੈ, ਬਹੁਤ ਸਾਰੇ ਜਾਨਵਰ ਇਹਦੇ ਵਿੱਚ ਕਵਰ ਕੀਤੇ ਜਾਣੇ ਨੇ। ਤਾਂ ਇਹ ਸਮੁੱਚੇ ਪ੍ਰੋਗਰਾਮ ਨੂੰ ਜੇਕਰ ਆਪਾਂ ਲਾਗੂ ਕਰਨ ਦੀ ਗੱਲ ਕਰੀਏ ਜਾਂ ਇਸ ਵਿਧੀ ਵਿਧਾਨ ਨੂੰ ਵਿਹਾਰਕ ਤੌਰ ਤੇ ਅਪਣਾਉਣ ਦੀ ਗੱਲ ਕਰੀਏ ਤਾਂ ਫਿਰ ਇਹ ਕਿਵੇਂ ਹੋਣਾ? ਇਹ ਪ੍ਰੋਗਰਾਮ ਸਾਡੇ ਡਾਇਰੈਕਟਰ ਐਨੀਮਲ ਹਸਬੈਂਡਰੀ ਪੰਜਾਬ ਵੱਲੋਂ ਜੀ ਬਕਾਇਦਾ ਅਨਾਉਂਸਮੈਂਟ ਹੋਏਗੀ। 1 ਮਹੀਨਾ ਪਹਿਲਾਂ ਸਾਨੂੰ ਇਹ ਜਿਹੜੀ ਹੈ ਸੂਚਨਾ ਹੋਏਗੀ ਜੀ, ਔਰ ਇਹਦੇ ਵਿੱਚ ਬਕਾਇਦਾ ਜਿਹੜੀ ਹੈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੈਂਪ, ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਿਹੜੇ ਬੈਨਰ ਜਾਂ ਕੰਧਾਂ ਉੱਤੇ ਮਸ਼ਹੂਰੀ, ਜਿਵੇਂ ਜਿਵੇਂ ਉਹਨਾਂ ਵੱਲੋਂ ਡਾਇਰੈਕਸ਼ਨਸ ਹੋਣਗੀਆਂ, ਉਹਨਾਂ ਵੱਲੋਂ ਨਿਰਦੇਸ਼ ਹੋਣਗੇ, ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ, ਉਸ ਢੰਗ ਨਾਲ ਅੱਗੇ ਅਸੀਂ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੂੰ ਉਸੇ ਤਰ੍ਹਾਂ ਲਾਗੂ ਕਰਾਂਗੇ। ਇਹਦੇ ਵਿੱਚ ਸਭ ਤੋਂ ਪਹਿਲਾਂ ਸਾਰਾ ਪਸ਼ੂ ਧਨ ਹੈ ਜਿਹੜਾ ਕੀੜਾ ਰਹਿਤ ਕੀਤਾ ਜਾਣਾ 1 ਮਹੀਨਾ ਪਹਿਲਾਂ ਜੀ। ਇਸੇ ਤਰ੍ਹਾਂ ਹੀ ਫਿਰ ਜਿਹੜੀ ਵੈਕਸੀਨ ਆਉਣੀ ਹੈ, ਵੈਕਸੀਨ ਆਉਣ ਤੋਂ ਪਹਿਲਾਂ ਵੀ ਸਾਨੂੰ ਅਨਾਉਂਸਮੈਂਟ ਹੋਏਗੀ, ਰੇਡੀਓ ਰਾਹੀਂ, TV ਮਾਧਿਅਮ ਰਾਹੀਂ ਲੋਕਾਂ ਨੂੰ ਪੂਰਾ ਅਵੇਅਰ ਕੀਤਾ ਜਾਊਗਾ, ਕਿਉਂਕਿ ਪਹਿਲੇ ਨਵਾਂ ਪ੍ਰੋਗਰਾਮ ਲੱਗੇਗਾ ਇੱਕ ਵਾਰੀ, ਕਿਉਂਕਿ ਇਹਦੇ ਵਿੱਚ ਜਿਹੜੀ ਹੈ ਪਸ਼ੂ ਦੀ ਇੱਕ ਕਿਸਮ ਦੀ ਰਜਿਸਟ੍ਰੇਸ਼ਨ ਹੋਣੀ ਹੈ ਜੀ। ਰਜਿਸਟ੍ਰੇਸ਼ਨ ਕਿਸ ਤਰ੍ਹਾਂ ਹੋਣੀ ਹੈ ਕਿ ਜਿਵੇਂ ਸਾਡਾ ਅਸੀਂ ਕਹਿੰਦੇ ਆਧਾਰ ਕਾਰਡ ਬਣ ਜਾਂਦਾ ਹੈ ਜੀ, ਤੇ ਪਸ਼ੂ ਦਾ ਵੀ ਇੱਕ ਇਸ ਤਰ੍ਹਾਂ ਹੀ ਪੱਕਾ ਨੰਬਰ ਬਣ ਜਾਣਾ। ਉਹ ਨੰਬਰ ਕੀ ਹੈ? ਉਹਨਾਂ ਦੇ ਕੰਨ ਦੇ ਵਿੱਚ ਜਿਹੜੀ ਮੁੰਦਰ ਪੈਣੀ ਹੈ, ਜਿਹਨੂੰ ਅਸੀਂ ਈਅਰ ਟੈਗ ਕਹਿੰਦੇ ਹਾਂ, 12 ਨੰਬਰ ਦਾ ਉਹ ਈਅਰ ਟੈਗ ਜਿਹੜਾ ਇੱਕ ਜਾਨਵਰ ਨੂੰ ਲੱਗ ਗਿਆ, ਉਸ ਨੰਬਰ ਦਾ ਟੈਗ ਕੋਈ ਹੋਰ ਨਹੀਂ ਹੋਏਗਾ। ਉਹ ਉਸ ਪਸ਼ੂ ਦੀ ਹੀ ਸਾਰੀ ਸਿਹਤ ਅਵਸਥਾ, ਉਸ ਪਸ਼ੂ ਦਾ ਜਿਹੜਾ ਮਾਲਕ ਹੈ ਉਹਦਾ ਰਿਕਾਰਡ, ਇਹ ਸਾਰਾ ਕੁਝ ਇਨਾਫ ਦੇ ਉੱਤੇ ਜਿਹੜਾ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਦਾ ਪੋਰਟਲ ਹੈ ਉਹਦੇ ਉੱਤੇ ਰਿਕਾਰਡ ਦਰਜ ਹੋਏਗਾ ਬਕਾਇਦਾ ਜੀ। ਇਸ ਕਰਕੇ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਤੋਂ ਪਹਿਲਾਂ ਸਾਡਾ ਵਿਭਾਗ, ਪੂਰੀਆਂ ਟੀਮਾਂ, ਵੈਕਸੀਨ ਆਉਣ ਤੋਂ ਲੈ ਕੇ ਵੈਕਸੀਨ ਦੀ ਸਪਲਾਈ ਜੀ, ਫਿਰ ਉਹਨਾਂ ਦੀ ਕੋਲਡ ਚੇਨ ਨੂੰ ਮੇਨਟੇਨ ਕਰਨ ਸੰਬੰਧੀ ਸਾਰੇ ਪ੍ਰੋਗਰਾਮ। ਸੋ ਇਹ ਆਪਣੇ ਆਪ ਇੱਕ ਵਿਸ਼ਾਲ ਤੇ ਬਹੁਤ ਹੀ ਟੈਕਨੀਕਲ ਕੰਮ ਹੈ ਜਿਹੜਾ ਪੂਰੇ ਹੀ ਸਮੁੱਚੇ ਜ਼ਿਲ੍ਹੇ, ਸਮੁੱਚੇ ਰਾਜ ਦੇ ਅੰਦਰ ਲਾਗੂ ਹੋਣਾ ਹੈ, ਤਾਂ ਪੂਰੀ ਤਰਤੀਬਬੰਦੀ ਨਾਲ ਇਹ ਕੰਮ ਹੋਣਾ ਹੈ ਜੀ। ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰਾਸ਼ਟਰੀ ਪਸ਼ੂ ਰੋਗ ਰੋਕਥਾਮ ਪ੍ਰੋਗਰਾਮ ਦੇ ਬਾਰੇ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਜੀ ਡਾਕਟਰ ਅਮਰੀਕ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਦੇ ਨਾਲ। ਅਗਲਾ ਜਿਹੜਾ ਸਵਾਲ ਸਾਡੇ ਪਸ਼ੂ ਪਾਲਕਾਂ ਦੇ ਵਾਸਤੇ ਕਿ ਇਹ ਜਦੋਂ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ, ਇੱਕ ਵਾਰੀ ਟੀਕਾਕਰਨ ਹੋ ਗਿਆ ਪ੍ਰਮੁੱਖ ਤੌਰ 'ਤੇ ਇਹਨਾਂ 2 ਬਿਮਾਰੀਆਂ ਦਾ, ਜਾਂ ਕਹਿ ਲਓ ਕਿ 2 ਰੋਗਾਂ ਨੂੰ ਪਹਿਲਾਂ ਹੀ ਰੋਕਣ ਦੇ ਵਾਸਤੇ ਟੀਕਾਕਰਨ ਹੋ ਗਿਆ, ਉਸ ਤੋਂ ਬਾਅਦ ਫਿਰ ਇਹ ਚੱਲਦਾ ਰਹਿਣਾ ਹੈ, ਦੁਬਾਰਾ ਫਿਰ ਟੀਕਾਕਰਨ ਹੋਣਾ? ਬੁੱਟਰ ਸਾਹਿਬ, ਇਹ ਪ੍ਰੋਗਰਾਮ ਇਸ ਤਰ੍ਹਾਂ ਹੈ ਕਿ ਜਿੰਨੇ ਵੀ ਅਡਲਟ ਵੱਡੇ ਪਸ਼ੂ ਨੇ
ਉਹਨਾਂ ਦੇ ਵਿੱਚ ਜਦੋਂ ਟੀਕਾਕਰਨ ਹੋ ਗਿਆ ਜੀ ਤਾਂ ਇਹ 6 ਮਹੀਨੇ ਬਾਅਦ ਦੁਬਾਰਾ ਟੀਕਾ ਲੱਗਣਾ ਹੈ। ਜੀ ਪਰ ਜਿਹੜੇ ਛੋਟੇ ਜਾਨਵਰ ਨੇ, ਜੀ ਖਾਸ ਕਰ ਮੈਂ ਪਹਿਲਾਂ ਮੂੰਹ ਖੁਰ ਦੀ ਬਿਮਾਰੀ ਦੀ ਗੱਲ ਕਰਾਂ ਜੀ ਤਾਂ ਉਹਦੇ ਵਿੱਚ ਛੋਟੇ ਬੱਚੇ ਜਿਹੜੇ 4-5 ਮਹੀਨੇ ਦੇ ਬੱਚੇ ਆ, ਜਦੋਂ ਉਹਨਾਂ ਨੂੰ ਟੀਕਾ ਲੱਗ ਗਿਆ ਜੀ ਤਾਂ ਸਹੀ 28 ਦਿਨਾਂ ਬਾਅਦ ਜਾਂ ਆਪਾਂ ਇਹ ਕਹਿ ਲਓ ਕਿ 4 ਹਫ਼ਤੇ ਬਾਅਦ, ਮਹੀਨੇ ਬਾਅਦ ਇਹਨਾਂ ਨੂੰ ਦੁਬਾਰਾ ਇੱਕ ਬੂਸਟਰ ਡੋਜ਼ ਲੱਗੇਗੀ, ਪਹਿਲੀ ਪ੍ਰਾਇਮਰੀ ਖੁਰਾਕ ਲੱਗਣ ਤੋਂ ਬਾਅਦ, ਫਿਰ ਉਹੀ 6 ਮਹੀਨੇ ਬਾਅਦ। ਇਸ ਤਰ੍ਹਾਂ ਇਹ ਸਾਰੇ ਜਾਨਵਰ ਆ ਜਿਹੜੇ 6-6 ਮਹੀਨੇ ਬਾਅਦ ਇਹ ਮੂੰਹ ਖੁਰ ਦੀ ਜਿਹੜੀ ਵੈਕਸੀਨ ਹੈ ਜੀ ਲੱਗਦੀ ਰਹੇਗੀ। ਇਹ ਬਿਮਾਰੀ ਨੂੰ ਜੜੋਂ ਕੱਢਣ ਵਾਸਤੇ 5 ਸਾਲ ਦਾ ਇਹ ਪ੍ਰੋਗਰਾਮ ਇੱਕ ਵਾਰੀ ਲਿਖਿਆ ਜਾਣਾ ਹੈ। ਬਰੂਸੀਲੋਸਿਸ ਦੀ ਬਿਮਾਰੀ ਦਾ ਰੋਕਥਾਮ, ਜੀ ਉਹਦੇ ਵਿੱਚ ਜਿੰਨੀਆਂ ਵੀ ਮਾਦਾ ਵੱਛੀਆਂ ਕੱਟੀਆਂ, ਜਾਣੀ ਦੋਨਾਂ ਵੱਛੀਆਂ ਤੇ ਕੱਟੀਆਂ ਨੂੰ 4 ਤੋਂ 8 ਮਹੀਨੇ ਦੇ ਜਿੰਨੇ ਵੀ ਸਾਡੇ ਕੋਲੇ ਬੱਚੇ ਹੋਣਗੇ, ਉਹ ਸਾਰੇ ਇਸ ਬਰੂਸੀਲੋਸਿਸ ਦੀ ਵੈਕਸੀਨ ਨਾਲ ਅਸੀਂ ਵੈਕਸੀਨੇਟ ਕਰਾਂਗੇ, ਟੀਕਾਕਰਨ ਕਰਾਂਗੇ ਤੇ ਉਹਦੇ ਨਾਲ ਉਹਨਾਂ ਦੇ ਸਾਰੀ ਉਮਰ ਭਰ ਦਾ ਇਸ ਰੋਗ ਤੋਂ ਮੁਕਤੀ ਮਿਲ ਜਾਣੀ ਹੈ। ਇਹ ਰੋਗ ਦੁਬਾਰਾ ਕਦੇ ਵੀ ਉਹਨਾਂ ਨੂੰ ਨਹੀਂ ਹੋਏਗਾ। ਜੀ ਜੀ ਸੋ ਬੜੀ ਖੂਬਸੂਰਤ ਗੱਲ ਕੀਤੀ ਹੈ ਕਿਸਾਨ ਵੀਰੋ ਤੇ ਭੈਣੋ ਡਾਕਟਰ ਅਮਰੀਕ ਸਿੰਘ ਜੀ ਨੇ ਕਿ ਇਸ ਟੀਕਾਕਰਨ ਦੇ ਨਾਲ ਭਵਿੱਖ ਦੇ ਵਿੱਚ ਜਿਹੜੇ ਜਾਨਵਰ ਹੈ ਜਿਨ੍ਹਾਂ 'ਤੇ ਵੀ ਟੀਕਾਕਰਨ ਕੀਤਾ ਜਾਣਾ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਲੱਗਣੀ। ਸੋ ਜਦੋਂ ਵੀ ਸਰਕਾਰ ਦੁਆਰਾ, ਵਿਭਾਗ ਦੁਆਰਾ ਇਹ ਪ੍ਰੋਗਰਾਮ ਹੈ ਉਸ ਨੂੰ ਲਾਗੂ ਕੀਤਾ ਜਾਂਦਾ, ਉਹਦਾ ਐਲਾਨ ਕੀਤਾ ਜਾਂਦਾ, ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਤੇ ਭੈਣਾਂ ਨੂੰ ਆਪਣੇ ਜਾਨਵਰਾਂ ਦੇ ਵਾਸਤੇ, ਆਪਣੇ ਪਸ਼ੂ ਧਨ ਨੂੰ ਤੰਦਰੁਸਤ ਰੱਖਣ ਦੇ ਲਈ, ਨਿਰੋਗ ਰੱਖਣ ਦੇ ਲਈ, ਵੰਸ਼ਗਤ ਵਾਧੇ ਦੇ ਲਈ, ਸਮੇਂ ਦੇ ਹਾਣੀ ਬਣਾਉਣ ਦੇ ਵਾਸਤੇ ਉਹਨਾਂ ਦਾ ਟੀਕਾਕਰਨ ਲਾਜ਼ਮੀ ਕਰਾਉਣਾ ਚਾਹੀਦਾ ਹੈ। ਸੋ ਡਾਕਟਰ ਸਾਹਿਬ, ਜਦੋਂ ਤੱਕ ਸਰਕਾਰ ਇਹ ਸਕੀਮ ਨੂੰ ਲਾਗੂ ਕਰਦੀ ਹੈ, ਠੀਕ ਹੈ, ਕੋਵਿਡ-19 ਕਰਕੇ ਜਾਂ ਕਰੋਨਾ ਵਾਇਰਸ ਕਰਕੇ ਜਿੱਥੇ ਹੋਰ ਖੇਤਰ ਪ੍ਰਭਾਵਿਤ ਹੋਏ ਆ ਅਤੇ ਉੱਥੇ ਪਸ਼ੂ ਪਾਲਣ ਦੇ ਸੰਬੰਧੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਨੇ ਉਹਨਾਂ ਨੂੰ ਵੀ ਥੋੜ੍ਹਾ ਬਹੁਤਾ ਨੁਕਸਾਨ ਪਹੁੰਚਿਆ ਹੈ ਨਾ, ਜਦੋਂ ਵੀ ਸਰਕਾਰ ਦੁਆਰਾ ਇਹ ਸਕੀਮ ਸ਼ੁਰੂ ਕੀਤੀ ਜਾਂਦੀ ਹੈ। ਪਰ ਉਸ ਤੋਂ ਪਹਿਲਾਂ ਸਾਡੇ ਕਿਸਾਨ ਵੀਰ ਜਾਂ ਭੈਣ ਜਾਂ ਜਿਹੜੇ ਪਸ਼ੂ ਪਾਲਕ ਨੇ ਉਹ ਫਿਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ, ਕਿਵੇਂ ਤਿਆਰੀ ਰੱਖਣ? ਉਹ ਇੱਥੇ ਮੈਂ ਪਸ਼ੂ ਪਾਲਕ ਵੀਰਾਂ ਨੂੰ ਸਭ ਤੋਂ ਜਿਹੜੀ ਜ਼ਰੂਰੀ ਗੱਲ ਇਹ ਕਹਿਣੀ ਚਾਹੂੰਗਾ, ਸਾਡੇ ਅੰਦਰ ਇੱਕ ਭਾਵਨਾ ਜਿਹੜੀ ਆ ਨਾ ਕੰਨਾਂ 'ਚ ਮੁੰਦਰ ਪਾਉਣ ਦੀ, ਕਿਉਂਕਿ ਪਹਿਲਾਂ ਇਹ ਗੱਲ ਜ਼ਰੂਰ ਸੀਗੀ ਕਿ ਜਦੋਂ ਕਿਸੇ ਦੇ ਪਸ਼ੂ ਦੇ ਕੰਨ ਦੇ ਵਿੱਚ ਮੁੰਦਰ ਹੁੰਦੀ ਸੀ ਤਾਂ ਉਹ ਕਹਿੰਦੇ ਸੀ ਵੀ ਇਹ ਲੋਨ ਲਿਆ ਹੋਇਆ ਹੈ। ਉਹ ਇਹ ਧਾਰਨਾ ਨੂੰ ਛੱਡ ਦੇਣਾ ਚਾਹੀਦਾ ਹੁਣ, ਕਿਉਂਕਿ ਹੁਣ ਤਾਂ ਇਹ ਪੂਰੇ ਭਾਰਤ ਦੇ ਵਿੱਚ ਹਰ ਇੱਕ ਜਾਨਵਰ ਨੂੰ, ਜਿਹੜੇ ਆਪਾਂ ਗੱਲ ਕੀਤੀ ਹੈ ਕਿ 2 ਖੁਰਾਂ ਵਾਲੇ, ਉਹਨਾਂ ਦੇ 12 ਨੰਬਰ ਵਾਲਾ ਟੈਗ ਲੱਗਣਾ ਹੀ ਲੱਗਣਾ ਹੈ, ਰਜਿਸਟ੍ਰੇਸ਼ਨ ਹੋਣੀ ਹੀ ਹੋਣੀ ਹੈ। ਉਸ ਰਜਿਸਟ੍ਰੇਸ਼ਨ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਫਾਇਦਾ ਹੋਣਾ ਹੈ, ਕਿਉਂਕਿ ਕੱਲ੍ਹ ਨੂੰ ਪਸ਼ੂ ਕਿਤੇ ਵੇਚਣਾ ਹੈ, ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾਣਾ ਹੈ ਤਾਂ ਉਹਦਾ ਰਿਕਾਰਡ, ਉਹ ਸਭ ਕੁਝ ਆਨਲਾਈਨ ਅਸੀਂ ਦੇਖ ਸਕਦੇ ਹਾਂ ਵੀ ਇਹ ਜਾਨਵਰ ਤੰਦਰੁਸਤ ਹੈ। ਇਸ ਕਰਕੇ ਬਹੁਤ ਫਾਇਦੇਮੰਦ ਹੈ। ਅਤੇ ਮੇਰੀ ਇਹ ਬੇਨਤੀ ਹੈ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਕਿ ਆਪਣੇ ਹਰੇਕ ਜਾਨਵਰ ਨੂੰ ਜਿਹੜੇ ਕੰਨ 'ਚ ਮੁੰਦਰ ਜ਼ਰੂਰ ਪਾਉਣੀ ਹੈ, ਈਅਰ ਟੈਗਿੰਗ ਕਰਾਉਣੀ ਹੈ। ਇਹ ਜਿਹੜੀ ਟੈਗਿੰਗ ਹੈ ਇੱਕ ਵਾਰ ਹੋ ਗਈ, ਇੱਕ ਨੰਬਰ ਰਜਿਸਟਰ ਹੋ ਗਿਆ, ਉਹ ਜਾਨਵਰ ਪੱਕਾ, ਉਹਦਾ ਇੱਕ ਕਿਸਮ ਦਾ ਆਧਾਰ ਕਾਰਡ ਬਣ ਗਿਆ। ਜਿੱਥੇ ਪਸ਼ੂ ਪਾਲਕ ਦੀ ਅਵਧੀ ਜਾਣਕਾਰੀ ਇਹਦੇ ਵਿੱਚ ਦਰਜ ਹੋਣੀ ਹੈ, ਉੱਥੇ ਪਸ਼ੂ ਦੀ ਸਾਰੀ ਜਾਣਕਾਰੀ ਵੀ ਇਹਦੇ ਵਿੱਚ ਦਰਜ ਹੋਣੀ ਹੈ ਕਿ ਕਿੰਨਾ ਦੁੱਧ ਦਿੰਦਾ, ਕੀ ਇਹਦਾ ਕੀਮਤ ਬਣਦੀ ਹੈ, ਬਾਜ਼ਾਰੂ ਕੀਮਤ ਕੀ ਹੈ। ਬੜਾ ਫਾਇਦਾ ਹੈ, ਕਿਉਂਕਿ ਅਸੀਂ ਮਹਿਕਮੇ ਦੇ ਵਿੱਚ ਪਿੱਛੇ ਜੇ ਜਿਸ ਤਰ੍ਹਾਂ ਦੁੱਧ ਚੁਆਈ ਮੁਕਾਬਲੇ ਕਰਾਏ ਆ, ਉਦੋਂ ਜਿਹੜੇ ਜਾਨਵਰ ਸਾਡੇ ਕੋਲ ਰਜਿਸਟਰ ਹੋਏ ਆ, ਉਹਨੂੰ ਕੋਈ ਵੀ ਬੰਦਾ ਅੱਜ ਪੜ੍ਹ ਸਕਦਾ ਵੀ ਇਸ ਨੰਬਰ ਦਾ ਜਾਨਵਰ ਇਹਨੇ ਕਿੰਨਾ ਦੁੱਧ ਦਿੱਤਾ ਸੀ। ਸੋ ਇਹ ਪਸ਼ੂ ਪਾਲਕਾਂ ਲਈ ਬਹੁਤ ਹੀ ਲਾਹੇਵੰਦ ਚੀਜ਼ ਹੈ। ਤਾਂ ਪਸ਼ੂਆਂ ਨੂੰ ਹੋਰ ਵੀ ਬਿਮਾਰੀਆਂ ਲੱਗਦੀਆਂ ਨੇ, ਤਾਂ ਫਿਰ ਹੋਰ ਜਿਹੜੀਆਂ ਬਿਮਾਰੀਆਂ ਜਾਂ ਹੋਰ ਬਿਮਾਰੀਆਂ ਲੱਗਣ ਤੋਂ ਪਹਿਲਾਂ ਕੋਈ ਟੀਕਾਕਰਨ, ਇਹ ਸਾਡੀ ਭਾਰਤ ਸਰਕਾਰ ਦੁਆਰਾ ਜਾਂ ਸੂਬਾ ਸਰਕਾਰ ਦੁਆਰਾ ਜਾਂ ਪਸ਼ੂ ਪਾਲਣ ਵਿਭਾਗ ਦੁਆਰਾ ਹੋਰ ਵੀ ਕੋਈ ਸਕੀਮਾਂ ਨੇ ਜਾਂ ਹੋਰ ਵੀ ਕੋਈ ਇਲਾਜ ਪ੍ਰਬੰਧਨ ਜਾਂ ਕੋਈ ਟੀਕਾਕਰਨ ਦੀ ਪ੍ਰਣਾਲੀ ਹੈ? ਬਿਲਕੁਲ, ਸਮੇਂ-ਸਮੇਂ ਸਿਰ ਹਰ ਇੱਕ ਤਰ੍ਹਾਂ ਦੇ ਪਸ਼ੂਆਂ ਦਾ ਜਿਹੜਾ ਬਿਮਾਰੀਆਂ ਤੋਂ ਬਚਾਅ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਉਪਰਾਲਾ ਕੀਤਾ ਜਾਂਦਾ। ਜਿਸ ਤਰ੍ਹਾਂ ਗਲਘੋਟੂ ਦੀ ਪਹਿਲਾਂ ਉਹਦੇ ਬਹੁਤ ਹੀ ਥੋੜ੍ਹੇ ਇੱਕ ਖੁਰਾਕ ਦੇ ਪੈਸੇ ਲਏ ਜਾਂਦੇ ਸੀ, ਪਰ ਇਸ ਵਾਰ ਪੰਜਾਬ ਸਰਕਾਰ ਵੱਲੋਂ ਉਹ ਵੀ ਪਸ਼ੂ ਪਾਲਕਾਂ ਨੂੰ, ਕਿਉਂਕਿ ਇਹ ਕੋਵਿਡ-19 ਦੀ ਮਹਾਮਾਰੀ ਜੋ ਫੈਲੀ ਹੋਈ ਸੀ ਉਸ ਦੌਰਾਨ, ਉਹ ਵੀ ਪੈਸੇ ਆ ਜਿਹੜੇ ਮਾਫ ਕਰ ਦਿੱਤੇ ਗਏ ਸੀ। ਸੋ ਇਸ ਵਾਰ ਜਿਹੜਾ ਗਲਘੋਟੂ ਦਾ ਟੀਕਾ ਵੀ ਹੈ ਬਿਲਕੁਲ ਮੁਫਤ ਲਗਾਇਆ ਗਿਆ। ਇਸ ਤੋਂ ਬਿਨਾਂ ਬੱਕਰੀਆਂ ਲਈ ਵੀ ਜਿਹੜੀ ਹੈ ਵੈਕਸੀਨ ਆਉਂਦੀ ਹੈ, ਠੀਕ ਹੈ, ਜਿਹਦੇ ਵਿੱਚ ਬੱਕਰੀਆਂ ਦਾ ਕਾਫੀ ਨੁਕਸਾਨ ਹੁੰਦਾ। PPR, ETV ਹੈ, ਇਸ ਤਰ੍ਹਾਂ ਦੀ ਵੈਕਸੀਨ ਆਉਂਦੀ ਹੈ ਬੱਕਰੀਆਂ ਲਈ। ਇਸੇ ਤਰ੍ਹਾਂ ਹੀ ਸੂਰਾਂ ਦੀ ਵੈਕਸੀਨ ਹੈ ਜਿਹੜੀ ਸਾਡਾ BP ਸੈਕਸ਼ਨ ਲੁਧਿਆਣਾ ਬਣਾਉਂਦਾ, ਔਰ ਬਹੁਤ ਹੀ ਅਹਿਮ ਤਰ੍ਹਾਂ ਦੀ ਵੈਕਸੀਨ ਹੈ ਜਿਹੜੀ ਬਾਕੀ ਸੂਬਿਆਂ ਨਾਲੋਂ ਬਹੁਤ ਸਸਤੇ ਰੇਟਾਂ 'ਤੇ ਉੱਥੇ ਉਪਲਬਧ ਹੁੰਦੀ ਹੈ, ਔਰ ਉਹ ਉੱਥੋਂ ਫਾਰਮਰ ਨੂੰ ਹੀ ਦਿੱਤੀ ਜਾਂਦੀ ਹੈ। ਉਹਦਾ ਸਰਟੀਫਿਕੇਟ ਹੈ ਜਿਹੜਾ ਡਾਕਟਰ ਵੱਲੋਂ ਲਿਖ ਕੇ ਦਿੱਤਾ ਜਾਂਦਾ ਵੀ ਇਹਦੇ ਕੋਲ ਇੰਨੇ ਜਾਨਵਰ ਨੇ ਅਤੇ ਇੰਨੀਆਂ ਖੁਰਾਕਾਂ ਦੇ ਦਿੱਤੀਆਂ ਜਾਣ ਤਾਂ ਕਿ ਸਹੀ ਵੈਕਸੀਨ ਆਵੇ ਅਤੇ ਸਹੀ ਥਾਂ ਲੱਗੇ। ਸੋ ਇਸ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ, ਹੁਣ ਦਾ ਜਿਹੜਾ FMD ਜਿਹੜਾ ਪ੍ਰੋਗਰਾਮ ਹੈ
ਭਾਰਤ ਸਰਕਾਰ ਦੀ ਜਿਹੜੀ ਆਪਾਂ NADCP ਦੇ ਅਧੀਨ ਗੱਲ ਕੀਤੀ ਸੀ, ਇਹਦੇ 'ਚ ਕਾਰਡ ਬਣ ਜਾਣਾ ਹੈ। ਪਸ਼ੂ ਪਾਲਕ ਦੇ ਕੋਲ ਕਾਰਡ ਲੈਣਾ, ਉਹਦੇ ਉੱਤੇ ਰਿਕਾਰਡ ਲਿਖਿਆ ਜਾਣਾ ਹੈ ਕਿ ਕਦੋਂ ਖੁਰਾਕ ਲੱਗੀ, ਪਹਿਲੀ, ਦੂਜੀ, ਤੀਜੀ, ਜਿਸ ਤਰ੍ਹਾਂ ਵੀ ਅੱਗੇ ਚੱਲੇਗਾ ਉਹ ਕਾਰਡ ਦੇ ਉੱਤੇ ਉਸ ਤਰ੍ਹਾਂ ਰਿਕਾਰਡ ਦਰਜ ਹੋਏਗਾ, ਜਿਸ ਤਰ੍ਹਾਂ ਆਪਾਂ ਬੱਚਿਆਂ ਦੇ ਵੈਕਸੀਨ ਦੇ ਕਾਰਡ ਆਪਾਂ ਆਪਦੇ ਬਣਾਉਂਦੇ ਹਾਂ ਜੀ। ਨਸਲ ਸੁਧਾਰ ਦੇ ਵਾਸਤੇ ਕੀ ਯਤਨ ਕੀਤੇ ਜਾ ਰਹੇ ਆ ਜੀ ਹੁਣ ਤੱਕ? ਡਾਕਟਰ ਸਾਹਿਬ, ਨਸਲ ਸੁਧਾਰ ਬਾਰੇ ਬਹੁਤ ਵਧੀਆ ਪ੍ਰੋਜੈਕਟ ਪਹਿਲਾਂ ਹੀ ਚੱਲ ਰਿਹਾ ਜੀ। ਨੈਸ਼ਨਲ AI ਪ੍ਰੋਗਰਾਮ NAP ਕਹਿੰਦੇ ਆ ਉਹਨੂੰ ਆਪਾਂ ਜੀ। NAP ਦੇ ਅਧੀਨ ਅਸੀਂ ਪਹਿਲਾਂ ਸਾਨੂੰ 100 ਪਿੰਡ ਮਿਲੇ ਸੀ ਕਿ ਹਰ ਇੱਕ ਜ਼ਿਲ੍ਹੇ ਦੇ ਅੰਦਰ 100 ਪਿੰਡ ਆਇਡੈਂਟੀਫਾਈ ਕਰੋ ਤੇ ਉੱਥੇ ਜਾਂ ਮੁਫਤ ਬਨਾਵਟੀ ਗਰਭਦਾਨ, ਜਿਹਨੂੰ ਮਸਨੂਈ ਗਰਭਦਾਨ ਕਹਿੰਦੇ ਆਪਾਂ, ਉਹ ਫੈਸਿਲਿਟੀ ਦਿੱਤੀ ਗਈ ਸੀ। ਫਿਰ ਉਸ ਤੋਂ ਬਾਅਦ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ 200 ਪਿੰਡ ਹੋਰ ਜੁੜ ਗਏ। ਹਰੇਕ ਜ਼ਿਲ੍ਹੇ ਦੇ ਅੰਦਰ 300 ਪਿੰਡਾਂ ਲਈ ਉਹ ਮੁਫਤ ਟੀਕਾ ਜਿਹੜਾ ਲਵਾਉਣ ਦੀ ਇੱਕ ਸੁਵਿਧਾ ਦਿੱਤੀ ਗਈ ਸੀਗੇ। ਬਹੁਤ ਵੱਡਾ ਉਪਰਾਲਾ ਸੀ ਪਸ਼ੂ ਪਾਲਕਾਂ ਲਈ ਇਹ ਵੀ, ਤਾਂ ਕਿ ਜਿਹੜਾ ਪਸ਼ੂ ਪਾਲਕ ਹੈ ਉਹਦਾ ਪਸ਼ੂ ਧਨ ਹੈ ਬਹੁਤ ਚੰਗੀ, ਆਪਾਂ ਕਹਿ ਸਕਦੇ ਹਾਂ ਕਿ ਜਰਮ ਪਲਾਜ਼ਮ ਦਾ ਹੋਵੇ ਅਤੇ ਉਹ ਉੱਤਮ ਕਿਸਮ ਦਾ ਹੋਵੇ ਅਤੇ ਵਧੀਆ ਦੁੱਧ ਦਿੰਦਾ ਹੋਵੇ। ਉਹੀ ਪ੍ਰੋਗਰਾਮ ਜਿਹੜਾ ਹੁਣ ਦੁਬਾਰਾ NAP ਅਧੀਨ ਹੀ NAP 1 ਨੂੰ ਅਸੀਂ ਅੱਗੇ ਪ੍ਰਮੋਟ ਕਰ ਰਹੇ ਹਾਂ ਸਰਕਾਰ, ਕਿ ਹੁਣ ਉਹ 300 ਪਿੰਡ ਦੇ ਨਾਲ 200 ਪਿੰਡ ਹੋਰ ਮਨਜ਼ੂਰ ਹੋਣ ਜਾ ਰਹੇ ਨੇ ਕਿ 200 ਪਿੰਡ ਜੁੜ ਕੇ ਟੋਟਲ 500 ਪਿੰਡ ਵੀ ਜੇ ਕਿਸੇ ਜ਼ਿਲ੍ਹੇ ਅਧੀਨ ਹੈਗੇ ਆ ਤਾਂ 500 ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਇਸ ਸਕੀਮ ਦਾ ਪੂਰਾ ਫਾਇਦਾ ਹੋਊਗਾ। ਇਸ ਸਕੀਮ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ 3 ਟੀਕੇ ਪ੍ਰਤੀ ਪਸ਼ੂ ਮੁਫਤ ਨੇ, ਯਾਨੀ ਕਿ 3 ਵਾਰ ਪਸ਼ੂ ਜੇ ਹੇਹੇ ਵਿੱਚ ਬਾਈ ਚਾਂਸ ਪਹਿਲੇ ਤੇ ਨਹੀਂ ਰਿਹਾ ਤਾਂ ਦੂਜੇ ਤੇ ਰਹਿ, ਜੇ ਦੂਜੇ ਤੇ ਨਹੀਂ ਰਿਹਾ ਤਾਂ ਉਹ ਤੀਜੇ ਟੀਕੇ ਤੇ ਰਹਿ ਜਾਵੇ, ਯਾਨੀ ਕਿ 3 ਟੀਕੇ ਆ ਜਿਹੜੇ ਮੁਫਤ ਨੇ ਜੀ। ਸੋ ਕਿਸਾਨ ਵੀਰੋ ਤੇ ਭੈਣੋ, ਜਾਨਵਰ ਅਸੀਂ ਆਪਣੇ ਘਰਾਂ ਦੇ ਵਿੱਚ ਰੱਖਦੇ ਹਾਂ, ਖਰਚ ਵੀ ਬਰਾਬਰ ਹੁੰਦਾ ਹੈ, ਖੇਚਲ ਵੀ ਉਨੀ ਹੁੰਦੀ ਹੈ। ਜੇ ਜਾਨਵਰ ਚੰਗੀ ਨਸਲ ਦੇ ਹੋਣ ਤਾਂ ਉਹਨਾਂ ਦੀ ਕਦਰ ਪੈਂਦੀ ਹੈ, ਮੰਡੀ ਦੇ ਵਿੱਚ ਮੁੱਲ ਵੱਟਿਆ ਜਾਂਦਾ ਹੈ, ਦੁੱਧ ਦੀ ਪੈਦਾਵਾਰ ਵੀ ਚੰਗੀ ਹੁੰਦੀ ਹੈ। ਸੋ ਨਸਲ ਸੁਧਾਰ ਵਾਸਤੇ ਵੀ ਸਰਕਾਰ ਨੇ ਜਿਹੜੀ ਕੋਈ ਮੁਹਿੰਮ ਵਿੱਢੀ ਹੈ ਤਾਂ ਉਹਦਾ ਹਿੱਸਾ ਸਾਨੂੰ ਬਣਨਾ ਚਾਹੀਦਾ, ਉਹਦਾ ਫਾਇਦਾ ਸਾਨੂੰ ਉਠਾਉਣਾ ਚਾਹੀਦਾ। ਸਾਡੇ ਕਿਸਾਨ ਵੀਰਾਂ ਨੂੰ, ਭੈਣਾਂ ਨੂੰ, ਜਿਹੜੇ ਪਸ਼ੂ ਪਾਲਕ ਨੇ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕੀ ਤੁਹਾਡਾ ਕਹਿਣਾ ਹੈ? ਮੈਂ ਸਮੁੱਚੇ ਪੰਜਾਬ ਰਾਜ ਦੇ ਪਸ਼ੂ ਪਾਲਕ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਕੋਈ ਵੀ ਸਰਕਾਰ ਵੱਲੋਂ ਪਸ਼ੂ ਧਨ ਦੀ ਜਾਂ ਤੁਹਾਡੀ ਭਲਾਈ ਦੇ ਸੰਬੰਧ ਵਿੱਚ ਕੋਈ ਵੀ ਉਪਰਾਲਾ ਕੀਤਾ ਜਾਂਦਾ ਹੈ ਤਾਂ ਉਹਦੇ 'ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਵਿੱਚ ਅਸੀਂ ਜਿਹੜੇ ਯੂਥ ਕਲੱਬ ਹੋ ਗਏ ਜਾਂ ਸੈਲਫ ਹੈਲਪ ਗਰੁੱਪ ਹੋ ਗਏ ਜਾਂ ਪੰਚਾਇਤ ਵਿਭਾਗ ਹੋ ਗਿਆ, ਇਹਨਾਂ ਦਾ ਪੂਰਾ ਯੋਗਦਾਨ ਲਵਾਂਗੇ ਵੀ ਅਤੇ ਹੱਕ ਬਣਦਾ ਵੀ ਆ ਉਹਨਾਂ ਨੂੰ ਵੱਧ ਚੜ੍ਹ ਕੇ ਮੋਟੀਵੇਟ ਕਰਨ, ਲੋਕਾਂ ਨੂੰ ਇਹ ਦੱਸਣ ਅਤੇ ਖੁਦ ਪਸ਼ੂ ਪਾਲਕ ਵੀਰ ਜਾਗਰੂਕ ਹੋਵੇ ਕਿ ਆਉਣ ਵਾਲਾ ਸਮਾਂ ਜਿਹੜਾ ਬੱਕਰੀ ਪਾਲਣ, ਸੂਰ ਪਾਲਣ, ਦੁੱਧ ਦਾ, ਇਹਦੇ 'ਤੇ ਨਿਰਭਰ ਹੋ ਕੇ ਸਵੈ ਰੁਜ਼ਗਾਰ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਅਸੀਂ ਉਹਦੇ 'ਚ ਇੱਕ ਬਹੁਤ ਵੱਡਾ ਹੋਰ ਉਪਰਾਲਾ ਜਿਹੜਾ ਹੁਣ ਲਗਾਤਾਰ ਚੱਲ ਰਿਹਾ, ਜੋ 27 ਜੁਲਾਈ ਤੱਕ ਸੀ, ਹੁਣ ਫਿਰ ਅੱਗੇ ਸਾਨੂੰ ਹੋਰ ਮੌਕਾ ਮਿਲ ਗਿਆ, ਉਹ ਹੈ KCC ਕਿਸਾਨ ਕ੍ਰੈਡਿਟ ਕਾਰਡ। ਉਹ ਕਿਸਾਨ ਕ੍ਰੈਡਿਟ ਕਾਰਡ ਅਧੀਨ ਦੇਖੋ 1,60,000 ਤੱਕ ਕਿਸੇ ਗਰੰਟੀ ਦੀ ਲੋੜ ਨਹੀਂ ਅਤੇ ਪਸ਼ੂ ਪਾਲਕ ਵੀਰ ਇਹਦੇ ਵੱਧ ਤੋਂ ਵੱਧ ਫਾਇਦਾ ਲੈਣਗੇ। ਅਸੀਂ ਤਕਰੀਬਨ ਜਿਹੜਾ ਮਾਨਸਾ ਜ਼ਿਲ੍ਹਾ ਹੈ ਉਹਦੇ ਵਿੱਚ ਪਿਛਲੇ 31 ਜੁਲਾਈ ਤੱਕ ਹੀ ਲਾ ਲਓ ਤੁਸੀਂ, ਅਸੀਂ ਤਕਰੀਬਨ 9500 ਦੇ ਕਰੀਬ ਜਿਹੜੇ ਆ ਇਸ ਤਰ੍ਹਾਂ ਦੇ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਦੀਆਂ ਅਰਜ਼ੀਆਂ ਭਰੀਆਂ ਸੀ ਅਤੇ ਤਕਰੀਬਨ 99,000 ਜਿਹੜੇ ਹੈ ਬੈਂਕਾਂ ਦੇ ਵਿੱਚ ਅਸੀਂ ਸਬਮਿਟ ਕਰ ਚੁੱਕੇ ਹਾਂ, ਅੱਡੋ ਅੱਡ ਤਰ੍ਹਾਂ ਦੇ ਬੈਂਕਾਂ ਦੇ ਵਿੱਚ। DC ਸਾਹਿਬ ਜੋ ਮਾਨਸਾ ਵੱਲੋਂ ਮੀਟਿੰਗ ਰੱਖੀ ਗਈ ਸੀ, ਇਹਦਾ ਰਿਵਿਊ ਵੀ ਕੀਤਾ ਗਿਆ। ਉਹਦੇ ਵਿੱਚ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਇਹਦਾ ਕੰਮ ਕਾਫੀ ਸਲਾਹਿਆ ਗਿਆ, ਕਿਉਂਕਿ ਸਭ ਤੋਂ ਵੱਧ ਜਿਹੜੇ ਆ ਅਸੀਂ KCC ਕਾਰਡ ਬਣਾਉਣ ਵਾਸਤੇ ਅਰਜ਼ੀਆਂ ਦਿੱਤੀਆਂ ਨੇ, ਲੋਕਾਂ ਤੋਂ ਲੈ ਕੇ ਬੈਂਕਾਂ ਨੂੰ ਜੀ। ਸੋ ਡਾਕਟਰ ਸਾਹਿਬ, ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰਾਸ਼ਟਰੀ ਪਸ਼ੂ ਰੋਗ ਰੋਕਥਾਮ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਜਾਂ ਪਸ਼ੂ ਪਾਲਣ ਵਿਭਾਗ ਦੀਆਂ ਹੋਰ ਸਕੀਮਾਂ ਬਾਰੇ ਜਾਣਕਾਰੀ ਵੀ ਦਿੱਤੀ, ਜਾਗਰੂਕ ਵੀ ਕੀਤਾ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਸਮਾਂ ਕੱਢਣ ਦੇ ਲਈ, ਇਹ ਗੱਲਾਂ ਬਾਤਾਂ ਸਾਂਝੀਆਂ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਡਾਕਟਰ ਸਾਹਿਬ। ਬਿਲਕੁਲ ਕਿਸਾਨ ਵੀਰੋ ਤੇ ਭੈਣੋ, ਜਿਹੜਾ ਪਸ਼ੂ ਧਨ ਹੈ ਇਸ ਨੂੰ ਬਚਾਉਣ ਦੇ ਲਈ, ਇਸ ਨੂੰ ਨਿਰੋਗ ਅਤੇ ਤੰਦਰੁਸਤ ਰੱਖਣ ਦੇ ਲਈ, ਇਹਦੇ ਨਸਲ ਸੁਧਾਰ ਦੇ ਲਈ, ਇਹਦੇ ਵੰਸ਼ਗਤ ਵਾਧੇ ਦੇ ਲਈ ਜਿਹੜਾ ਮਕਸਦ ਉਦੇਸ਼ ਲੈ ਕੇ ਸਾਡੀਆਂ ਸਰਕਾਰਾਂ ਜਾਂ ਅਸੀਂ ਚੱਲਦੇ ਹਾਂ, ਉਹਦੇ ਵਿੱਚ ਕਾਮਯਾਬੀ ਤਾਂ ਹੀ ਮਿਲੇਗੀ ਜੇਕਰ ਸਾਡੇ ਜਿਹੜੇ ਜਾਨਵਰ ਨਿਰੋਗ ਹੋਣਗੇ, ਤੰਦਰੁਸਤ ਹੋਣਗੇ। ਸੋ ਬਿਲਕੁਲ ਸਰਕਾਰ ਦੁਆਰਾ ਜਿਸ ਤਰ੍ਹਾਂ ਕਿ ਆਤਮ ਨਿਰਭਰ ਭਾਰਤ ਦਾ ਨਾਅਰਾ ਦਿੱਤਾ ਗਿਆ, ਵਿਸ਼ੇਸ਼ ਤੌਰ 'ਤੇ ਆਰਥਿਕ ਪੈਕੇਜ ਵੀ
ਪਸ਼ੂ ਪਾਲਕਾਂ ਦੇ ਲਈ ਐਲਾਨੇ ਗਏ ਆ। ਸੋ ਉਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਹੈ ਅਤੇ ਨਾਲੋਂ ਨਾਲ ਆਪਾਂ ਆਪਣੇ ਪਸ਼ੂਆਂ ਦੀ ਜਿਹੜੀ ਬਿਮਾਰੀਆਂ ਤੋਂ ਰੋਕਥਾਮ ਦੇ ਵਾਸਤੇ, ਉਹਨਾਂ ਨੂੰ ਨਿਰੋਗ ਤੰਦਰੁਸਤ ਰੱਖਣ ਦੇ ਵਾਸਤੇ, ਉਹਨਾਂ ਦੇ ਵੰਸ਼ਗਤ ਵਾਧੇ ਦੇ ਲਈ ਔਰ ਉਹਨਾਂ ਦੀ ਲੰਬੀ ਉਮਰ ਦੇ ਲਈ, ਚੰਗੀ ਪੈਦਾਵਾਰ ਦੇ ਵਾਸਤੇ ਜਿਹੜੀ ਟੀਕਾਕਰਨ ਪ੍ਰਣਾਲੀ ਹੈ, ਰਾਸ਼ਟਰੀ ਪਸ਼ੂ ਰੋਗ ਰੋਕਥਾਮ ਪ੍ਰੋਗਰਾਮ, ਇਹਦਾ ਹਿੱਸਾ ਬਣਨਾ ਹੈ। ਇਸ ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਸਨ ਸ਼੍ਰੀ ਕਰਮਵੀਰ ਕਰਨ। ਸੋ ਕਿਸਾਨ ਵੀਰੋ ਤੇ ਭੈਣੋ, ਡਾਕਟਰ ਅਮਰੀਕ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮਾਨਸਾ ਦੇ ਨਾਲ ਰਾਸ਼ਟਰੀ ਪਸ਼ੂ ਰੋਗ ਰੋਕਥਾਮ ਅਰਥਾਤ NADCP ਬਾਰੇ ਕੀਤੀਆਂ ਇਹਨਾਂ ਗੱਲਾਂ ਬਾਤਾਂ ਦੇ ਨਾਲ ਤਰਸੇਮ ਸਿੰਘ ਬੁੱਟਰ ਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਇਸ ਗੱਲਬਾਤ ਦੇ ਨਾਲ ਦਿਓ ਵਿਦਾ। ਧੰਨਵਾਦ।